ਫਰੀਦਕੋਟ ਦੀ ਜਰਮਨ ਕਾਲੋਨੀ ਦੇ ਗੁਰਦੁਆਰੇ ਦੇ ਵਿੱਚ ਸੰਗਰਾਮ ਪ੍ਰਧਾਨਗੀ ਨੂੰ ਲੈ ਕੇ ਦੋ ਧਿਰਾਂ ਦੇ ਵਿਚਾਲੇ ਖੂਨੀ ਝੜਪ, ਇੱਕ ਦੂਜੇ ਤੇ ਕਿਰਪਾਨਾਂ ਦੇ ਨਾਲ ਕੀਤਾ ਹਮਲਾ। ਤਸਵੀਰਾਂ ਆਈਆਂ ਸਾਹਮਣੇ। ਫਰੀਦਕੋਟ ਘਟਨਾ ਦੀ ਐਸਜੀਪੀਸੀ ਦੇ ਵੱਲੋਂ ਨਿਖੇਧੀ, ਪ੍ਰਸ਼ਾਸਨ ਤੋਂ ਮੰਗੀ ਸਖਤ ਕਾਰਵਾਈ। ਨਿਊਜ਼ 18 ਦੇ ਉੱਤੇ ਐਸਜੀਪੀਸੀ ਮੈਂਬਰ ਬੋਲੇ, ਕਿਸੇ ਨੂੰ ਨਾ ਬਖਸ਼ਿਆ ਜਾਵੇ। ਬੰਦੀ ਸਿੱਖਾਂ ਦਾ ਕੇਸ ਲੜ ਰਹੇ ਵਕੀਲਾਂ ਦੇ ਨਾਲ ਐਸਜੀਪੀਸੀ ਨੇ ਕੀਤੀ ਮੀਟਿੰਗ। ਧਾਮੀ ਬੋਲੇ, ਰਿਹਾਈ ਦਾ ਮੁੱਦਾ ਇੱਕ ਸਿਆਸੀ ਲੜਾਈ, ਕਈ ਜਥੇਬੰਦੀਆਂ ਕਰ ਰਹੀਆਂ ਨੇ ਕੰਮ। ਨਸ਼ੇ ਦੇ ਖਿਲਾਫ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ। ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਦੀ ਰੇਡ, ਘਰਾਂ ਦੇ ਅੰਦਰ ਵੜ ਕੇ ਵੀ ਲਈ ਤਲਾਸ਼ੀ, ਸ਼ੱਕੀ ਵਿਅਕਤੀਆਂ ਤੋਂ ਵੀ ਪੁੱਛਗਿੱਛ। ਮੂਸੇਵਾਲਾ ਦੇ ਗੁਨਾਹਗਾਰਾਂ ਦਾ ਵਧਿਆ ਰਿਮਾਂਡ। ਮਾਨਸਾ ਕੋਰਟ ਨੇ ਸ਼ੂਟਰ ਮੁੰਡੀ, ਜੋਕਰ ਤੇ ਪੰਡਿਤ ਨੂੰ 5 ਦਿਨਾਂ ਦੇ ਹੋਰ ਰਿਮਾਂਡ ਤੇ ਭੇਜਿਆ। ਗੈਂਗਸਟਰ ਮਨਦੀਪ ਤੂਫਾਨ ਤੇ ਰਈਆ 7 ਦਿਨਾਂ ਦੀ ਰਿਮਾਂਡ ਤੇ। ਈਡੀ ਦੇ ਰਡਾਰ ਦੇ ਉੱਤੇ ਪੰਜਾਬ ਦੇ ਕਈ ਅਫਸਰ। ਐਕਸਾਈਜ਼ ਵਿਭਾਗ ਦੇ ਕਮਿਸ਼ਨਰ ਤੋਂ ਦਿੱਲੀ ਬੁਲਾ ਕੇ ਹੋਈ ਪੁੱਛਗਿੱਛ। ਜੁਆਇੰਟ ਕਮਿਸ਼ਨਰ ਨਰੇਸ਼ ਦੁਬੇ ਤੇ ਏਸੀਐਸ ਏਪੀ ਸਿਨਹਾ ਤੋਂ ਕੀਤੇ ਗਏ ਸਵਾਲ ਜਵਾਬ। ਟੈਂਡਰ ਘੁਟਾਲੇ ਦੇ ਵਿੱਚ ਜੇਲ੍ਹ 'ਚ ਬੰਦ ਸਾਬਕਾ ਮੰਤਰੀ ਆਸ਼ੂ ਤੇ ਇੱਕ ਹੋਰ ਨਵੀਂ ਮੁਸੀਬਤ। ਵਿਜੀਲੈਂਸ ਨੇ ਫਰਜ਼ੀ ਖਰੀਦ ਘੁਟਾਲੇ ਦਾ ਕੀਤਾ ਖੁਲਾਸਾ। ਦੂਜੇ ਸੂਬਿਆਂ ਤੋਂ ਸਸਤਾ ਝੋਨਾ ਲਿਆ ਕੇ ਐਮਐਸਪੀ ਤੇ ਵੇਚਣ ਦਾ ਇਲਜ਼ਾਮ। ਚੰਡੀਗੜ੍ਹ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਐਨਐਸਯੂਆਈ ਦਾ ਪ੍ਰਦਰਸ਼ਨ। ਸੀਐਮ ਰਿਹਾਇਸ਼ ਦੇ ਘਿਰਾਓ ਦੀ ਕੋਸ਼ਿਸ਼ ਕਰ ਰਹੇ ਪ੍ਰਦਰਸ਼ਨਕਾਰੀ ਤੇ ਵਾਟਰ ਕੈਨਨ ਦਾ ਇਸਤੇਮਾਲ। ਪੁਲਿਸ ਨੇ ਹਿਰਾਸਤ ਦੇ ਵਿੱਚ ਲਏ ਪ੍ਰਦਰਸ਼ਨਕਾਰੀ। ਆਮ ਆਦਮੀ ਪਾਰਟੀ ਦਾ ਵਿਰੋਧੀਆਂ ਨੂੰ ਕਰੜਾ ਜਵਾਬ। ਬੋਲੇ, ਜੋ ਕਾਂਗਰਸ ਤੇ ਅਕਾਲੀ ਨਹੀਂ ਕਰ ਪਾਏ ਉਹ ਫੈਸਲੇ ਅਸੀਂ 6 ਮਹੀਨਿਆਂ 'ਚ ਲਏ। ਭ੍ਰਿਸ਼ਟ ਮੰਤਰੀਆਂ ਤੇ ਅਫਸਰਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ। ਮਾਫੀਆਵਾਂ ਦਾ ਕਰਕੇ ਰਹਾਂਗੇ ਖਾਤਮਾ। ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ਤੇ ਵੱਡੀ ਸੌਗਾਤ। ਕੁਨੋ ਨੈਸ਼ਨਲ ਪਾਰਕ ਦੇ ਵਿੱਚ ਛੱਡੇ ਗਏ 8 ਚੀਤੇ। ਫੋਟੋਆਂ ਵੀ ਖਿੱਚੀਆਂ। ਨਮੀਬੀਆ ਤੋਂ ਲਿਆਂਦੇ ਗਏ ਨੇ 8 ਅਫਰੀਕੀ ਚੀਤੇ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਬੁਲੇਟਿਨ ਦਾ ਆਗਾਜ਼ ਵੱਡੀ ਖਬਰ ਦੇ ਨਾਲ, ਉਹਨਾਂ ਤਸਵੀਰਾਂ ਦੇ ਨਾਲ ਜਿਸ ਨੇ ਸਭ ਨੂੰ ਪਰੇਸ਼ਾਨ ਕਰਕੇ ਰੱਖ ਦਿੱਤਾ। ਗੁਰਦੁਆਰੇ ਦੇ ਵਿੱਚ ਕਿਰਪਾਨਾਂ ਚੱਲੀਆਂ ਨੇ, ਭਿੜਦੀਆਂ ਹੋਈਆਂ ਦੋ ਧਿਰਾਂ ਆਪਸ ਦੇ ਵਿੱਚ ਨਜ਼ਰ ਆਈਆਂ ਨੇ। ਜਿਹਾਂ ਫਰੀਦਕੋਟ ਤੋਂ ਖਬਰ ਹੈ, ਫਰੀਦਕੋਟ ਦੇ ਵਿੱਚ ਇਹ ਝੜਪ ਹੋਈ ਹੈ ਪ੍ਰਧਾਨਗੀ ਨੂੰ ਲੈ ਕੇ। ਆਪਸ ਦੇ ਵਿੱਚ ਦੋ ਧਿਰਾਂ ਭਿੜ ਗਈਆਂ। ਗੁਰਦੁਆਰੇ ਦੇ ਵਿੱਚ ਰੱਖੇ ਸ਼ਸਤਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ। ਗੁਰੂ ਘਰ ਦੀ ਮਰਿਆਦਾ ਦਾ ਕਿਸੇ ਨੂੰ ਕੋਈ ਧਿਆਨ ਨਹੀਂ ਰਿਹਾ। ਭੁੱਲ ਕੇ ਕਮੇਟੀ ਦੇ ਮੈਂਬਰ ਇੱਕ ਦੂਜੇ ਦੇ ਨਾਲ ਕਿਵੇਂ ਖੇਪੜਦੇ ਨਜ਼ਰ ਆ ਰਹੇ ਨੇ, ਕਿਵੇਂ ਇੱਕ ਦੂਜੇ ਦੇ ਨਾਲ ਲੜਦੇ ਨਜ਼ਰ ਆ ਰਹੇ ਨੇ। ਤਸਵੀਰਾਂ ਨੇ ਸਭ ਕੁਝ ਬਿਆਨ ਕਰ ਦਿੱਤਾ। ਉੱਤੇ ਖੜੇ ਇੱਕ ਸ਼ਖਸ ਨੇ ਵੀਡੀਓ ਵੀ ਬਣਾ ਲਈ। ਆਪਸ ਦੇ ਵਿੱਚ ਉਲਝੇ ਨੇ, ਇੱਕ ਦੂਜੇ ਦੇ ਉੱਤੇ ਕਿਰਪਾਨਾਂ ਦੇ ਨਾਲ ਵੀ ਹਮਲਾ ਕਰ ਦਿੱਤਾ। ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਜੋ ਸ਼ਸਤਰ ਸਜਾਏ ਹੁੰਦੇ ਨੇ ਉਹੀ ਚੁੱਕ ਕੇ ਇੱਕ ਦੂਜੇ ਦੇ ਉੱਤੇ ਹਮਲਾ ਕੀਤਾ ਗਿਆ। ਫਰੀਦਕੋਟ ਦੀ ਜਰਮਨ ਕਾਲੋਨੀ ਦੇ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਦੇ ਉੱਤੇ ਪੂਰਾ ਵਿਵਾਦ ਹੋਇਆ। ਗੁਰਦੁਆਰਾ ਸ਼੍ਰੀ ਨਿਸ਼ਾਨ ਸਾਹਿਬ ਦੀ ਇਹ ਪੂਰੀ ਘਟਨਾ ਦੱਸੀ ਜਾ ਰਹੀ ਹੈ। ਖੈਰ, ਪ੍ਰਧਾਨਗੀ ਨੂੰ ਲੈ ਕੇ ਪੂਰਾ ਵਿਵਾਦ ਹੈ, ਪਰ ਸਵਾਲਾਂ ਦੇ ਵਿੱਚ ਪੂਰਾ ਇਹ ਘਟਨਾਕ੍ਰਮ ਜ਼ਰੂਰ ਹੈ ਕਿ ਆਖਿਰ ਇਹੋ ਜਿਹੀ ਕਿਹੜੀ ਪ੍ਰਧਾਨਗੀ ਜਿਸ ਦੇ ਵਿੱਚ ਕਿਸੇ ਮਰਿਆਦਾ ਦਾ ਹੀ ਧਿਆਨ ਨਹੀਂ ਰੱਖਿਆ ਗਿਆ। ਇਹੋ ਜਿਹੀ ਕਿਹੜੀ ਪ੍ਰਧਾਨਗੀ ਜਿਸ ਦੇ ਵਿੱਚ ਚੇਤੇ ਨਹੀਂ ਰਿਹਾ ਕਿ ਜਿਹੜੇ ਸ਼ਸਤਰ ਉੱਥੇ ਸੁਸ਼ੋਭਿਤ ਕੀਤੇ ਗਏ ਹੁੰਦੇ ਨੇ ਉਹ ਬਹੁਤ ਮਰਿਆਦਾ ਦੇ ਨਾਲ ਰੱਖੇ ਗਏ ਹੁੰਦੇ ਨੇ ਤੇ ਉਹਨਾਂ ਨੂੰ ਲੈ ਕੇ ਇਸ ਤਰੀਕੇ ਨਾਲ ਇੱਕ ਦੂਜੇ ਦੇ ਉੱਤੇ ਵਾਰ ਕਰਨਾ ਸ਼ੁਰੂ ਕਰ ਦਿੱਤਾ। ਔਰ ਅਜਿਹੀ ਕਿਹੜੀ ਪ੍ਰਧਾਨਗੀ ਜਿਸ ਦੇ ਵਿੱਚ ਇੱਕ ਦੂਜੇ ਦੀਆਂ ਪੱਗਾਂ ਨੂੰ ਲਾ ਦਿੱਤਾ ਜਾਂਦਾ ਏ, ਇੱਕ ਦੂਜੇ ਦੇ ਉੱਤੇ ਮੁੱਕੇ, ਥੱਪੜ, ਕਿਰਪਾਨਾਂ ਚਲਾਈਆਂ ਜਾਂਦੀਆਂ ਨੇ। ਤਾਂ ਅਸੀਂ ਕੁਝ ਐਰੋ ਦੇ ਨਿਸ਼ਾਨ, ਤੁਹਾਨੂੰ ਤੀਰ ਦੇ ਨਿਸ਼ਾਨ ਨਜ਼ਰ ਆ ਰਹੇ ਹੋਣਗੇ, ਉਹ ਦਿਖਾ ਰਹੇ ਹਾਂ ਕਿ ਜਿੱਥੇ ਕਿਰਪਾਨਾਂ ਦੇ ਨਾਲ ਇੱਕ ਦੂਜੇ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਹੈ ਤਾਂ ਉੱਥੇ ਕੋਈ ਬਚਾਉਣ ਵਾਲਾ ਵੀ ਨਜ਼ਰ ਨਹੀਂ ਆਉਂਦਾ ਕਿ ਕੋਈ ਛੁਡਾ ਰਿਹਾ ਹੋਵੇ। ਨਹੀਂ, ਸਭ ਇੱਕ ਦੂਜੇ ਨੂੰ ਕੁੱਟ ਰਹੇ ਨੇ। ਖੂਬ ਤਮਾਸ਼ਾ ਗੁਰਦੁਆਰੇ ਦੇ ਅੰਦਰ ਹੀ ਹੁੰਦਾ ਹੋਇਆ ਇਹ ਨਜ਼ਰ ਆਇਆ। ਇਸ ਕਰਕੇ ਵੀ ਕਹਿਣਾ ਪੈ ਰਿਹਾ ਤਮਾਸ਼ਾ, ਕਿਉਂਕਿ ਗੁਰੂ ਘਰ ਦੇ ਅੰਦਰ ਤਾਂ ਬਹੁਤ ਮਰਿਆਦਾ ਦਾ ਖਿਆਲ ਰੱਖਿਆ ਜਾਂਦਾ ਹੈ। ਗੁਰੂ ਘਰ ਦੇ ਅੰਦਰ ਤਾਂ ਉੱਚੀ ਆਵਾਜ਼ ਦੇ ਵਿੱਚ ਵੀ ਕੋਈ ਬੋਲ ਰਿਹਾ ਹੋਵੇ ਤਾਂ ਸਾਰੇ ਘੁੰਮ ਕੇ ਦੇਖਣ ਲੱਗਦੇ ਨੇ ਕਿ ਇਹ ਕੌਣ ਹੈ। ਜਿਹਨੂੰ ਮਰਿਆਦਾ ਦਾ ਨਹੀਂ ਪਤਾ, ਜਿਸ ਨੂੰ ਇਹ ਨਹੀਂ ਪਤਾ ਕਿ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਹੁੰਦਾ ਹੈ ਉੱਥੇ ਮਰਿਆਦਾ ਦੇ ਤਹਿਤ ਰਹਿਣਾ ਹੁੰਦਾ, ਆਪਸ ਦੇ ਵਿੱਚ ਗੱਲ ਵੀ ਕਰਨੀ ਹੈ ਤਾਂ ਸਲੀਕੇ ਦੇ ਨਾਲ ਕਰਨੀ ਹੈ। ਤਾਂ ਇਹ ਲੋਕ ਉੱਥੇ ਗਾਲਾਂ ਕੱਢਦੇ ਨੇ, ਮੰਦੀ ਭੱਦੀ ਸ਼ਬਦਾਵਲੀ ਦਾ ਇੱਕ ਦੂਜੇ ਦੇ ਲਈ ਇਸਤੇਮਾਲ ਕਰਦੇ ਨੇ। ਇੱਕ ਦੂਜੇ ਦੇ ਉੱਤੇ ਥੱਪੜਾਂ ਦੇ ਨਾਲ, ਮੁੱਕਿਆਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ। ਪੱਗਾਂ ਲੱਥ ਜਾਂਦੀਆਂ ਨੇ, ਕਿਰਪਾਨ ਮਾਰੀ ਜਾਂਦੀ ਹੈ, ਸ਼ਸਤਰ ਉਹ ਇਸਤੇਮਾਲ ਕੀਤੇ ਜਾਂਦੇ ਨੇ ਲੜਨ ਦੇ ਲਈ ਜਿਨ੍ਹਾਂ ਨੂੰ ਉੱਥੇ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਕੀਤਾ ਗਿਆ ਹੁੰਦਾ ਹੈ।
ਰੋਜ਼ ਸੰਗਤ ਪਹੁੰਚਦੀ ਹੋਣੀ ਹੈ ਫਰੀਦਕੋਟ ਦੇ ਇਸ ਜਰਮਨ ਕਾਲੋਨੀ ਦੇ ਨਿਸ਼ਾਨ ਸਿੰਘ ਗੁਰਦੁਆਰਾ ਸਾਹਿਬ ਦੇ ਵਿੱਚ। ਉੱਥੇ ਜਾ ਕੇ ਨਤਮਸਤਕ ਹੁੰਦੀ ਹੋਣੀ ਹੈ। ਬਹੁਤ ਸਾਰੇ ਲੋਕਾਂ ਦੀ ਸ਼ਰਧਾ ਹੁੰਦੀ ਹੈ, ਆਸਥਾ ਹੁੰਦੀ ਹੈ ਗੁਰੂ ਘਰ ਦੇ ਵਿੱਚ ਤੇ ਉਹ ਲਗਾਤਾਰ ਉੱਥੇ ਪਹੁੰਚਦੇ ਨੇ, ਰੋਜ਼ਾਨਾ ਪਹੁੰਚਦੇ ਨੇ। ਤਾਂ ਉਹ ਕੀ ਸੋਚ ਰਹੇ ਹੋਣਗੇ ਕਿ ਇਹ ਮੰਦਿਰ ਜਿਹੜੀ ਕਮੇਟੀ ਆ ਗੁਰਦੁਆਰੇ ਦੀ ਉਹ ਆਖਿਰ ਕੀ ਕੁਝ ਕਰਨਾ ਚਾਹ ਰਹੀ ਸੀ। ਉੱਥੇ ਪ੍ਰਧਾਨਗੀ ਨੂੰ ਲੈ ਕੇ ਇਸ ਤਰੀਕੇ ਨਾਲ ਇਹ ਪੂਰਾ ਵਿਵਾਦ ਹੋ ਗਿਆ। ਕਹਿਣ ਪ੍ਰਧਾਨਗੀ ਕੌਣ ਚਾਹੁੰਦਾ ਸੀ, ਕਿਉਂਕਿ ਆਮ ਤੌਰ ਤੇ ਇਸ ਝੜਪ ਤੋਂ ਬਾਅਦ ਤਾਂ ਦੋਵੇਂ ਧਿਰਾਂ ਇੱਕ ਦੂਜੇ ਦੇ ਉੱਤੇ ਇਲਜ਼ਾਮ ਹੀ ਲਗਾਉਂਦੀਆਂ ਕਿ ਸਾਡਾ ਕਸੂਰ ਨਹੀਂ ਜੀ, ਉਹਨਾਂ ਦਾ ਕਸੂਰ ਨਹੀਂ ਜੀ, ਆ ਧਿਰ ਦਾ ਕਸੂਰ ਹੈ। ਤੇ ਕੁਝ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆ ਗਈਆਂ ਨੇ, ਉਸ ਦੇ ਵਿੱਚ ਵੀ ਬਹੁਤ ਕੁਝ ਕਲੀਅਰ ਹੁੰਦਾ ਹੋਇਆ ਨਜ਼ਰ ਆ ਰਿਹਾ। ਬਹੁਤ ਸਾਰੇ ਲੋਕ ਉੱਥੇ ਪਹੁੰਚੇ ਹੋਏ ਨੇ। ਜਦੋਂ ਪ੍ਰਧਾਨਗੀ ਦੀ ਇਸ ਕਮੇਟੀ ਦੀ ਗੁਰਦੁਆਰਾ ਕਮੇਟੀ ਦੀ ਕੋਈ ਪ੍ਰਧਾਨਗੀ ਦਾ ਜ਼ਿਕਰ ਹੁੰਦਾ, ਗੱਲ ਹੁੰਦੀ ਹੈ, ਤਾਂ ਫਿਰ ਆਮ ਤੌਰ ਤੇ ਜਿਹੜੇ ਕਮੇਟੀ ਦੇ ਮੈਂਬਰ ਹੁੰਦੇ ਨੇ ਜਾਂ ਫਿਰ ਜਿਹੜੇ ਹੋਰ ਕੰਸਰਨ ਲੋਕ ਹੁੰਦੇ ਨੇ ਉਹ ਵੀ ਉੱਥੇ ਪਹੁੰਚੇ ਹੁੰਦੇ ਨੇ। ਤਾਂ ਉਹ ਵੀ ਪਹੁੰਚੇ ਹੋਏ ਸੀ। ਹਾਲਾਂਕਿ ਜਿਹੜੀ ਸੀਸੀਟੀਵੀ ਆ ਬਹੁਤ ਜ਼ਿਆਦਾ ਤਰੀਕੇ ਦੇ ਨਾਲ ਤਾਂ ਜ਼ਿਆਦਾ ਉਸ ਦੇ ਵਿੱਚ ਕੁਝ ਨਜ਼ਰ ਨਹੀਂ ਆ ਰਿਹਾ, ਪਰ ਜਿਹੜੀ ਝੜਪ ਗੁਰਦੁਆਰਾ ਸਾਹਿਬ ਦੇ ਅੰਦਰ ਹੋਈ, ਉਸ ਹਾਲ ਦੇ ਵਿੱਚ, ਮੇਨ ਹਾਲ ਦੇ ਵਿੱਚ ਹੋਈ ਹੈ, ਤਾਂ ਉੱਥੇ ਤਾਂ ਕਿਸੇ ਨੇ ਜ਼ਰੂਰ ਇਹ ਵੀਡੀਓ ਬਣਾ ਲਈ। ਤੇ ਵੀਡੀਓ ਜਿਸ ਸ਼ਖਸ ਨੇ ਬਣਾਈ ਉਸ ਦੇ ਵਿੱਚ ਸਭ ਕੁਝ ਨਜ਼ਰ ਆ ਗਿਆ। ਛੋਟਾ ਬੱਚਾ ਵੀ ਉੱਥੇ ਖੜਾ ਹੋਇਆ ਮੌਜੂਦ ਆ ਰਿਹਾ। ਇਨਫੈਕਟ ਕਈ ਬੱਚੇ ਪਹੁੰਚੇ ਹੋਏ ਨੇ। ਲੱਗ ਰਿਹਾ ਕਿ ਕਈ ਲੋਕ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚੇ ਹੋਣਗੇ ਆਪਣੇ ਪਰਿਵਾਰ ਦੇ ਨਾਲ, ਬੱਚਿਆਂ ਦੇ ਨਾਲ। ਆਪਾਂ ਗੁਰੂ ਘਰ ਜਾਂਦੇ ਹਾਂ, ਖਾਸ ਤੌਰ ਤੇ ਜਦੋਂ ਬੱਚਿਆਂ ਦੇ ਨਾਲ ਜਾਈਏ ਤਾਂ ਉੱਥੇ ਇੱਕ ਜ਼ਿਹਨ ਦੇ ਵਿੱਚ ਗੱਲ ਹੁੰਦੀ ਹੈ ਕਿ ਬੱਚੇ ਇੱਥੇ ਕੁਝ ਚੰਗਾ ਸਿੱਖ ਕੇ ਆਉਣਗੇ। ਗੁਰੂ ਘਰ ਦੇ ਵਿੱਚ ਪਹੁੰਚੇ ਨੇ ਆਸ਼ੀਰਵਾਦ ਦਿਵਾਉਣ ਦੇ ਲਈ, ਪਰ ਇਹ ਬੱਚੇ ਵੀ ਹੈਰਾਨ ਹੋਣੇ ਨੇ ਕਿ ਆਖਿਰ ਇਹ ਲੋਕ ਆਪਸ ਦੇ ਵਿੱਚ ਕਿਉਂ ਲੜੀ ਜਾਂਦੇ ਨੇ, ਕਿਹੜੀ ਪ੍ਰਧਾਨਗੀ ਆ, ਕਿਹੜੀ ਗੱਲ ਨੂੰ ਲੈ ਕੇ ਇਹਨਾਂ ਦੀ ਆਪਸ ਦੇ ਵਿੱਚ ਝੜਪ ਹੋਈ ਹੈ। ਕੀ ਕੁਝ ਬਿਆਨ ਉਸ ਤੋਂ ਬਾਅਦ ਸਾਹਮਣੇ ਆ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ। ਸ਼ੁਰੂਆਤ ਦੂਸਰੀ ਪਾਰਟੀ ਵੱਲੋਂ ਹੋਈ ਜੀ। ਜਦੋਂ ਸਾਡੇ ਪ੍ਰਧਾਨ ਸਾਹਿਬ ਤੇ ਸੰਬੋਧਨ ਕਰਕੇ ਸੰਗਤ ਨੂੰ ਤੇ ਬੈਠ ਗਏ ਨੇ, ਉਦੋਂ ਜਾ ਕੇ ਉਹਨਾਂ ਨੇ ਪ੍ਰਧਾਨ ਸਾਹਿਬ ਨੂੰ ਘੇਰਿਆ ਤੇ ਉਹਦੇ ਤੇ ਗੱਲ ਪੈਣ ਦੀ ਕੋਸ਼ਿਸ਼ ਕੀਤੀ। ਉੱਥੋਂ ਸ਼ੁਰੂਆਤ ਹੋਈ ਹੈ ਜੀ। ਸੰਗਤ ਬਹੁਤ ਮੌਜੂਦ ਸੀ। ਸੰਗਤ ਨੇ ਸਾਰਾ ਬਚਾਅ ਕੀਤਾ। ਉਦੋਂ ਇਹਨਾਂ ਕਿਰਪਾਨਾਂ ਵੀ ਚੁੱਕ ਲਈਆਂ, ਕਿਰਪਾਨਾਂ ਵੀ ਇਹਨਾਂ ਕੋਲ ਸਾਰੇ ਕੋਲ ਖੋਈਆਂ ਗਈਆਂ। ਗੁਰੂ ਸਾਹਿਬ ਦੇ ਜੋ ਸ਼ਸਤਰ ਸੀ ਉਹ ਚੁੱਕ ਕੇ ਨਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ। ਸਾਰੇ ਤੋਂ ਖੋਏ ਗਏ, ਜਿਹਦੇ ਵਿੱਚ ਇੱਕ ਦੋ ਆਦਮੀਆਂ ਨੂੰ ਸੱਟਾਂ ਲੱਗੀਆਂ ਨੇ। ਜਿਹੜੇ ਸੱਟਾਂ ਲੱਗੀਆਂ ਜਾਂ ਜਿਹਨਾਂ ਨੂੰ ਤੁਸੀਂ ਜ਼ਖਮੀ ਦੱਸ ਰਹੇ ਹੋ, ਉਹ ਹਮਲਾਵਰ ਧੜੇ ਤੋਂ ਸੀ ਕਿ ਜਾਂ ਜਿਹੜੀ ਸੰਗਤ ਇੱਥੇ ਬੈਠੀ ਸੀ ਉਹਨਾਂ ਵਿੱਚ? ਉਹ ਸੰਗਤ ਦੇ ਵਿੱਚੋਂ ਹੀ, ਉਹ ਬਚਾਅ ਵਾਲੇ ਸੀ। ਉਹਨਾਂ ਦਾ ਕੋਈ ਇਹਦੇ ਨਾਲ ਮਤਲਬ ਨਹੀਂ ਸੀ, ਨਾ ਉਹ ਕਮੇਟੀ ਦੇ ਵਿੱਚ ਹੀ, ਉਹ ਸਿਰਫ ਸੰਗਤ ਸੀ। ਅਤੇ ਜਿਹੜੇ ਇੱਥੇ ਪ੍ਰਧਾਨ ਨੇ ਸਰਦਾਰ ਜਸਵੰਤ ਸਿੰਘ, ਉਹਨਾਂ ਤੇ ਵੀ ਕਹਿੰਦੇ ਹਮਲਾ ਹੋਇਆ ਸੀਗਾ। ਨਹੀਂ, ਹਮਲਾ ਤਾਂ ਫਿਰ ਮੁੱਦਾ ਤਾਂ ਉਸੇ ਤੇ ਹੀ ਨਾ, ਹਮਲਾ ਤਾਂ ਮੇਨ ਉਸੇ ਤੇ ਹੀ ਕਰਨ ਦਾ ਵਿਚਾਰ ਸੀ। ਲੇਕਿਨ ਜੋ ਸਾਰੇ ਕਮੇਟੀ ਮੈਂਬਰ ਅੱਗੇ ਆ ਗਏ ਤੇ ਉਹ ਫਿਰ ਉਹ ਟਲ ਗਿਆ ਤੇ ਉਹਨਾਂ ਤੋਂ ਨਹੀਂ ਕਰਨ ਦਿੱਤਾ ਗਿਆ। ਉਹਨਾਂ ਦਾ ਮੇਨ ਮਕਸਦ ਸੀ ਕਿ ਇਹਦੀ ਬੇਇੱਜ਼ਤੀ ਕੀਤੀ ਜਾਵੇ। ਤਾਂ ਇੱਕ ਦੂਜੇ ਦੇ ਉੱਤੇ ਇਲਜ਼ਾਮ ਨੇ ਤੇ ਕਿਹਾ ਜਾ ਰਿਹਾ ਕਿ ਦੂਜੀ ਧਿਰ ਨੇ ਸ਼ੁਰੂ ਕੀਤਾ, ਦੂਜੀ ਨੇ ਕੀਤਾ, ਪਹਿਲੀ ਨੇ ਕੀਤਾ, ਪਰ ਨਤੀਜਾ ਇਹ ਹੋਇਆ ਕਿ ਰੁਕਿਆ ਤਾਂ ਉਸ ਤੋਂ ਬਾਅਦ ਫਿਰ ਕੋਈ ਵੀ ਨਹੀਂ। ਨਤੀਜਾ ਤਾਂ ਇਹ ਹੈ ਕਿ ਕਿਸੇ ਨੇ ਵੀ ਧਿਆਨ ਨਹੀਂ ਰੱਖਿਆ ਮਰਿਆਦਾ ਦਾ। ਨਤੀਜਾ ਤਾਂ ਇਹ ਹੈ ਕਿ ਇੱਕ ਦੂਜੇ ਦੇ ਉੱਤੇ ਇਸ ਤਰੀਕੇ ਨਾਲ ਸ਼ਸਤਰਾਂ ਨਾਲ ਵੀ ਹਮਲਾ ਕਰ ਦਿੱਤਾ ਗਿਆ। ਨਤੀਜਾ ਤਾਂ ਇਹ ਹੈ ਕਿ ਇੱਕ ਦੂਜੇ ਦੀਆਂ ਪੱਗਾਂ ਤੱਕ ਲਾ ਦਿੱਤੀਆਂ ਗਈਆਂ। ਕਿਸੇ ਨੇ ਕੋਈ ਧਿਆਨ ਨਹੀਂ ਰੱਖਿਆ ਕਿ ਉੱਥੇ ਗੁਰੂ ਸਾਹਿਬ ਦੀ ਸਵਾਰੀ ਹੁੰਦੀ ਹੈ, ਉਸ ਹਾਲ ਦੇ ਵਿੱਚ ਆ ਕੇ ਸੰਗਤ ਨਤਮਸਤਕ ਹੁੰਦੀ ਹੈ। ਕਿਸੇ ਨੇ ਕੋਈ ਧਿਆਨ ਨਹੀਂ ਰੱਖਿਆ ਕਿ ਆਖਿਰ ਹੋ ਕੀ ਰਿਹਾ ਜਾਂ ਅਸੀਂ ਕਰ ਕੀ ਰਹੇ ਹਾਂ। ਹੋਰ ਜਾਣਕਾਰੀ ਦੇ ਲਈ ਸਿੱਧਾ ਰੁਕ ਕਰਦੇ ਹਾਂ ਸਾਡੇ ਸਹਿਯੋਗੀ ਫਰੀਦਕੋਟ ਤੋਂ ਇਸ ਸਮੇਂ ਨਰੇਸ਼ ਸੇਠੀ ਸਾਡੇ ਨਾਲ ਜੁੜ ਰਹੇ ਨੇ। ਨਰੇਸ਼, ਸਮਝਾਓ ਜ਼ਰਾ ਕਿ ਆਖਿਰ ਕਿਹੜੀ ਪ੍ਰਧਾਨਗੀ ਸੀ ਉੱਥੇ? ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਦਾ ਜ਼ਿਕਰ ਤਾਂ ਹੋ ਰਿਹਾ, ਪਰ ਇਹ ਕਿਹੋ ਜਿਹੀ ਪ੍ਰਧਾਨਗੀ ਹੈ ਕਿ ਜਿਸ ਦੇ ਲਈ, ਜਿਸ ਗੁਰੂ ਘਰ ਦੇ ਰੱਖ ਰਖਾਵ ਦੀ ਜ਼ਿੰਮੇਵਾਰੀ ਦੇ ਲਈ ਇੰਨੀ ਗੱਲਬਾਤ ਹੋ ਰਹੀ ਹੈ, ਤਾਂ ਉੱਥੇ ਤਾਂ ਕੋਈ ਗੱਲ ਦਾ ਧਿਆਨ ਹੀ ਨਹੀਂ ਰੱਖਿਆ ਗਿਆ। ਨਾ ਤਾਂ ਗੁਰੂ ਸਾਹਿਬ ਦੀ ਉੱਥੇ ਪਾਲਕੀ ਹੁੰਦੀ ਹੈ, ਸਵਾਰੀ ਹੁੰਦੀ ਹੈ, ਸ਼ਸਤਰ ਹੁੰਦੇ ਨੇ, ਸੰਗਤ ਹੁੰਦੀ ਹੈ, ਗੁਰੂ ਘਰ ਦੀ ਇੱਕ ਮਰਿਆਦਾ ਹੁੰਦੀ ਹੈ, ਕੋਈ ਕਿਸੇ ਨੂੰ ਚੇਤੇ ਨਹੀਂ ਆਇਆ। ਬਿਲਕੁਲ ਗੌਰਵ ਦੱਸਦੀਏ ਕਿ ਇੱਥੇ ਜਿਹੜਾ ਬਿਲਕੁਲ ਮਰਿਆਦਾ ਨੂੰ ਬਿਲਕੁਲ ਛਿੱਕੇ ਟੰਗ ਕੇ ਕਿਸੇ ਕਿਸਮ ਦੀ ਕੋਈ ਮਰਿਆਦਾ ਨਹੀਂ ਰੱਖੀ ਗਈ। ਉਹ ਸੰਗਤ ਦੇ ਵਿੱਚ ਬੈਠ ਕੇ ਜਿਹੜਾ ਵਿਵਾਦ ਹੁੰਦਾ, ਔਰ ਉਹ ਵਿਵਾਦ ਇੰਨਾ ਜ਼ਿਆਦਾ ਵੱਧ ਜਾਂਦਾ ਹੈ ਕਿ ਇੱਕ ਦੂਜੇ ਦੀਆਂ ਪੱਗਾਂ ਤੱਕ ਉਤਾਰੀਆਂ ਜਾਂਦੀਆਂ ਨੇ। ਜਿਹੜੇ ਕਕਾਰ ਸਾਹਿਬ ਨੇ ਉਹਨਾਂ ਦੀ ਬੇਅਦਬੀ ਕੀਤੀ ਜਾਂਦੀ ਹੈ। ਔਰ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਜਿਹੜੇ ਸ਼ਸਤਰ ਲੋਕਾਂ ਦੇ ਦਰਸ਼ਨਾਂ ਵਾਸਤੇ ਸਜਾਏ ਹੁੰਦੇ ਨੇ, ਉਹਨਾਂ ਸ਼ਸਤਰਾਂ ਨੂੰ ਚੱਕ ਕੇ ਉਹਨਾਂ ਨਾਲ ਹੀ ਜਿਹੜਾ ਹਮਲਾ ਇੱਕ ਦੂਜੇ ਤੇ ਕੀਤਾ ਜਾਂਦਾ। ਤਾਂ ਕਿਤੇ ਨਾ ਕਿਤੇ ਵੱਡਾ ਨਿਰਾਦਰ ਜਿਹੜਾ ਇਸ ਗੁਰੂ ਘਰ ਵਿੱਚ ਵੇਖਣ ਨੂੰ ਮਿਲਿਆ। ਹਾਲਾਂਕਿ ਜਿਹੜੀ ਲੋਕਲ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਇਹ ਸਾਰਾ ਵਿਵਾਦ ਵਧਿਆ ਸੀ, ਕਿਉਂਕਿ ਜਿਹੜੀ ਮੌਜੂਦਾ ਕਮੇਟੀ ਹੈ ਉਹ ਪਿਛਲੇ 3 ਸਾਲ ਤੋਂ ਲਗਾਤਾਰ ਸੇਵਾ ਕਰ ਰਹੀ ਸੀ ਔਰ ਉਸ ਨੂੰ ਭੰਗ ਕਰਨ ਦੀ ਗੱਲ ਕੀਤੀ ਜਾ ਰਹੀ ਸੀ, ਕਿਉਂਕਿ ਹਲੇ ਗੱਲ ਕਰੀਏ ਤਾਂ ਉਹਦੀ ਚੌਥੇ ਸਾਲ ਦੀ ਟਰਮ ਬਕਾਇਆ ਸੀ। ਪਰ ਦੂਜੇ ਧਿਰ ਵੱਲੋਂ ਜਿਹੜੇ ਕਿ ਇਸ ਗੁਰਦੁਆਰਾ ਸਾਹਿਬ ਦੀ ਪਹਿਲਾਂ ਪ੍ਰਧਾਨਗੀ ਕਰ ਚੁੱਕੇ ਨੇ, ਉਸ ਵਿਅਕਤੀ ਵੱਲੋਂ ਜਿਹੜਾ ਇੱਥੇ ਆ
ਕੇ ਵਿਵਾਦ ਖੜਾ ਕੀਤਾ ਔਰ ਦੁਬਾਰਾ ਚੋਣ ਦੀ ਮੰਗ ਕੀਤੀ। ਤਾਂ ਉਸ ਤੋਂ ਬਾਅਦ ਜਦੋਂ ਮੰਗ ਕੀਤੀ ਜਾਂਦੀ ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਵਿਵਾਦ ਪੱਕਦਾ ਹੈ ਔਰ ਵਿਵਾਦ ਇੰਨਾ ਜ਼ਿਆਦਾ ਪੱਕ ਜਾਂਦਾ ਕਿ ਇੱਕ ਦੂਜੇ ਨਾਲ ਜਿਹੜਾ ਦੇਖੋ ਕਿ ਲੜਾਈ ਤੱਕ ਹੋ ਜਾਂਦੀ ਹੈ ਔਰ ਇੱਕ ਦੂਜੇ ਦੇ ਪੱਗਾਂ ਉਤਾਰੀਆਂ ਜਾਂਦੀਆਂ ਨੇ, ਇੱਕ ਦੂਜੇ ਤੇ ਹਮਲੇ ਕੀਤੇ ਜਾਂਦੇ ਨੇ, ਖੁਨਮੁਖੀ ਕੀਤੀ ਜਾਂਦੀ ਹੈ। ਤਾਂ ਵੱਡਾ ਜਿਹੜੇ ਨਿਰਾਦਰ ਜਿਹੜਾ ਇਸ ਗੁਰੂ ਘਰ ਵਿੱਚ ਆ ਕੇ ਕੀਤਾ ਗਿਆ ਕਿਤੇ ਨਾ ਕਿਤੇ ਲੋਕਾਂ ਲਈ ਬਹੁਤ ਹੀ ਨਿੰਦਣਯੋਗ ਹੈ। ਲੋਕ ਇਸ ਨੂੰ ਬਹੁਤ ਨਿੰਦਨੀय ਕਾਰਵਾਈ ਕਰ ਰਹੇ ਨੇ। ਉੱਥੇ ਦੂਜੇ ਪਾਸੇ ਸ਼ਰਮ ਨਾਲ ਜਿਹੜਾ ਸਿਰ ਵੀ ਚੁੱਕਦਾ ਕਿ ਅਜਿਹੇ ਧਾਰਮਿਕ ਸਥਾਨਾਂ ਤੇ ਜਾ ਕੇ ਜਿੱਥੇ ਕਿ ਅਸੀਂ ਪਵਿੱਤਰ ਜਗ੍ਹਾ ਤੇ ਜਾ ਕੇ ਨਤਮਸਤਕ ਹੁੰਦੇ ਹਾਂ, ਉਸ ਜਗ੍ਹਾ ਤੇ ਅਜਿਹੇ ਵਿਵਾਦ ਹੁੰਦੇ ਨੇ ਜਾਂ ਅਜਿਹੀਆਂ ਘਟਨਾਵਾਂ ਨੇ ਕਿਤੇ ਨਾ ਕਿਤੇ ਇਸ ਘਟਨਾ ਤੋਂ ਬਾਅਦ ਸ਼ਰਮ ਨਾਲ ਜਿਹੜੇ ਸਿਰ ਵੀ ਚੁੱਕਦੇ ਨੇ। ਜੀ ਕਰੋ ਤੇ ਐਕਸ਼ਨ ਹੋਇਆ ਕੋਈ? ਬਿਲਕੁਲ ਅਸੀਂ ਹੁਣ ਪੁਲਿਸ ਦਾ ਪੱਖ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਪੁਲਿਸ ਵੱਲੋਂ ਦੱਸਿਆ ਜਾ ਰਿਹਾ ਕਿ ਹਜੇ ਅਸੀਂ ਇਸ ਸੰਬੰਧਤ ਜ਼ਿਆਦਾ ਜਾਣਕਾਰੀ ਨਹੀਂ ਦੱਸ ਸਕਦੇ ਕਿਉਂਕਿ ਪੁਲਿਸ ਦੱਸ ਰਹੀ ਹੈ ਕਿ ਮਾਮਲਾ ਦਰਜ ਕਰ ਲਿਆ, ਪਰ ਵੀ ਜਿੰਨਾ ਚਿਰ ਸਾਨੂੰ ਪੁਲਿਸ ਦਾ ਵਰਜਨ ਨਹੀਂ ਦਿੰਦੀ ਉਦੋਂ ਤਦ ਤੱਕ ਅਸੀਂ ਕਲੀਅਰ ਨਹੀਂ ਕਰ ਸਕਦੇ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ। ਪਰ ਦੂਜੇ ਪਾਸੇ ਜੇ ਗੱਲ ਕਰੀਏ ਜਿਸ ਪਾਰਟੀ ਤੇ ਹਮਲਾ ਹੋਇਆ ਸੀ, ਜਿਸ ਸਤਰ ਤੇ ਹਮਲਾ ਸੀ, ਉਹ ਜ਼ਰੂਰ ਮੰਗ ਇਸ ਚੀਜ਼ ਦੀ ਕਰ ਰਿਹਾ ਕਿ ਪੁਲਿਸ ਇਸ ਮਾਮਲੇ ਸਾਰੇ ਮਾਮਲੇ 'ਚ ਦਖਲ ਦੇਵੇ, ਜੋ ਵੀ ਦੋਸ਼ੀ ਹੈ ਉਸ ਦੇ ਖਿਲਾਫ ਸਖਤ ਕਾਰਵਾਈ ਕਰੇ। ਠੀਕ ਹੈ, ਤੇ ਐਸਜੀਪੀਸੀ ਜਾਂ ਫਿਰ ਜਿਹੜੇ ਹੋਰ ਉੱਥੇ ਪ੍ਰਬੰਧਕ ਨੇ ਉਹਨਾਂ ਦੇ ਨਾਲ ਕੋਈ ਗੱਲਬਾਤ ਹੋਈ? ਸਥਿਤੀ ਇਸ ਸਮੇਂ ਕੀ ਹੈ? ਦੇਖੋ ਜਿਹੜੀ ਇੱਕ ਗੁਰਦੁਆਰਾ ਸਾਹਿਬ ਦੀ ਜਿਹੜੀ ਲੋਕਲ ਕਮੇਟੀ ਹੈ ਇਸ ਦਾ ਐਸਜੀਪੀਸੀ ਨਾਲ ਜ਼ਿਆਦਾ ਸੰਬੰਧ ਨਹੀਂ ਹੁੰਦਾ ਕਿਉਂਕਿ ਲੋਕਲ ਚੋਣ ਕਰਨੀ ਹੁੰਦੀ, ਲੋਕਲ ਹੀ ਜਿਹੜੇ ਇਹਨਾਂ ਦੇ ਅਧਿਕਾਰ ਹੁੰਦੇ ਨੇ। ਤਾਂ ਇਸ ਕਮੇਟੀ ਵੱਲੋਂ ਹੀ ਜਿਹੜੀ ਚੋਣ ਦੀ ਜਿਹੜੀ ਮੰਗ ਕੀਤੀ ਜਾ ਰਹੀ, ਜਿਹੜੇ ਦੂਜੇ ਧਿਰ ਵੱਲੋਂ ਮੰਗ ਕੀਤੀ ਜਾ ਰਹੀ ਸੀ, ਤਾਂ ਕਿਤੇ ਨਾ ਕਿਤੇ ਹਜੇ ਐਸਜੀਪੀਸੀ ਦਾ ਜਿਹੜਾ ਦਖਲ ਇਸ ਮਾਮਲੇ ਵਿੱਚ ਹਜੇ ਨਜ਼ਰ ਨਹੀਂ ਆਇਆ। ਪਰ ਫਿਰ ਵੀ ਕੋਸ਼ਿਸ਼ ਕਰਾਂਗੇ ਅਗਰ ਕੋਈ ਇਸ ਤਰ੍ਹਾਂ ਦਾ ਦਖਲ ਨਜ਼ਰ ਆਉਂਦਾ ਜਾਂ ਉਸ ਵੱਲੋਂ ਕੋਈ ਤਕੀਦ ਜਾਂ ਕੋਈ ਵਾਰਨਿੰਗ ਦਿੱਤੀ ਜਾਂਦੀ ਤਾਂ ਉਸ ਸੰਬੰਧੀ ਜੋ ਵੀ ਸਾਨੂੰ ਜਾਣਕਾਰੀ ਮਿਲਦੀ ਹੈ ਉਹ ਦਰਸ਼ਕਾਂ ਨਾਲ ਸਾਂਝੀ ਕਰਾਂਗੇ। ਜੀ ਠੀਕ ਹੈ ਨਰੇਸ਼, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਨਜ਼ਰ ਬਣਾਏ ਰੱਖੋ, ਅਸੀਂ ਹੋਰ ਵੀ ਅਪਡੇਟ ਤੁਹਾਡੇ ਤੋਂ ਅੱਗੇ ਵੀ ਲੈਂਦੇ ਰਹਾਂਗੇ। ਇਹ ਮਾਮਲਾ ਇਸ ਕਰਕੇ ਵੀ ਬਹੁਤ ਗੰਭੀਰ ਹੋ ਜਾਂਦਾ ਹੈ ਕਿਉਂਕਿ ਇਸ ਤਰੀਕੇ ਨਾਲ ਪ੍ਰਧਾਨਗੀ ਦੀਆਂ ਗੱਲਾਂ ਜਾਂ ਪ੍ਰਧਾਨਗੀ ਦੀਆਂ ਚੋਣਾਂ ਤਾਂ ਹੁੰਦੀਆਂ ਰਹਿੰਦੀਆਂ ਨੇ, ਪਰ ਆਪਸ ਦੇ ਵਿੱਚ ਟਸਲ ਹੋਵੇ ਸਭ ਕੁਝ ਚੀਜ਼ਾਂ ਸਮਝੀਆਂ ਜਾ ਸਕਦੀਆਂ। ਆਮ ਤੌਰ ਤੇ ਜਦੋਂ ਇਲੈਕਸ਼ਨ ਹੁੰਦੇ ਨੇ ਜਾਂ ਫਿਰ ਪ੍ਰਧਾਨਗੀ ਨੂੰ ਲੈ ਕੇ ਆਪਾਂ ਇਸ ਤਰੀਕੇ ਦੀਆਂ ਝੜਪਾਂ ਦੇਖਦੇ ਹਾਂ, ਪਰ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੁੰਦਾ ਨਾ ਕਿ ਤੁਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਹੋ, ਤੁਸੀਂ ਉੱਥੇ ਕਿਵੇਂ ਦੀ ਸ਼ਬਦਾਵਲੀ ਦਾ ਇਸਤੇਮਾਲ ਕਰ ਰਹੇ ਹੋ, ਉੱਥੇ ਤੁਸੀਂ ਕਿਸ ਤਰੀਕੇ ਨਾਲ ਲੜ ਰਹੇ ਹੋ, ਕਿਸੇ ਨੇ ਕੋਈ ਧਿਆਨ ਨਹੀਂ ਰੱਖਿਆ। ਖੈਰ ਇਸ ਸਭ ਦੇ ਵਿਚਾਲੇ ਇਸ ਝੜਪ ਨੂੰ ਸਾਹਮਣੇ ਆਉਣ ਤੋਂ ਬਾਅਦ ਇਸ ਵੀਡੀਓ ਦੇ ਜਥੇਦਾਰ ਸਾਹਿਬ ਦਾ ਜੋ ਇੱਕ ਦਿਨ ਪਹਿਲਾਂ ਬਿਆਨ ਆਇਆ ਸਾਹਮਣੇ, ਉਹ ਵੀ ਕਿਤੇ ਨਾ ਕਿਤੇ ਖੂਬ ਚਰਚਾ ਦੇ ਵਿੱਚ ਹੈ। ਉਹਨਾਂ ਨੇ ਇਹੀ ਚੀਜ਼ਾਂ ਜਾਂ ਅਜਿਹੇ ਅਨਸਰਾਂ ਨੂੰ ਹੀ ਸੰਬੋਧਨ ਕਰਦੇ ਹੋਏ ਲੱਗ ਰਿਹਾ ਸੀ ਕਿ ਆਪਣਾ ਬਿਆਨ ਦਿੱਤਾ ਸੀ। ਪਰਸੋਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਸੀ ਕਿ ਸਿੱਖ ਅਦਾਰਿਆਂ ਅਤੇ ਗੋਲਕਾਂ ਦੇ ਉੱਤੇ ਕਬਜ਼ੇ ਕਰਨ ਦੇ ਲਈ ਲੜਾਈਆਂ ਹੋ ਰਹੀਆਂ ਨੇ, ਪਰ ਪੰਥ ਨੂੰ ਬਚਾਉਣ ਵਾਲੇ ਪਾਸੇ ਕਿਸੇ ਦਾ ਧਿਆਨ ਨਹੀਂ ਹੈ। ਜਥੇਦਾਰ ਸਾਹਿਬ ਦੇ ਬਿਆਨ ਦੀ ਇਹ ਤਸਵੀਰ ਅੱਜ ਹੂਬਹੂ ਵੇਖਣ ਨੂੰ ਮਿਲ ਰਹੀ ਹੈ। आज साड़ियां संस्थावां दे आपो तक पई हुई है। एक कहता मैं बड़ा, मेरी संस्था बड़ी, मेरे अधिकार बड़े, दूजी की संस्था छोटी, दूजे के अधिकार छोटे। अपने अधिकार जिहड़े है ना ओनू वड्डा जिहड़ा है वो कमाउण दी होड़ दे विच साड़ियां संस्थावां संभालण वाले ਜਿਹੜੇ व्यक्ति ਉਹ ਲੱਗੇ ਹੋਏ हैं। कब्जे की लड़ाई हो रही है, संस्थावां दे उत्ते कब्जे की लड़ाई हो रही है। पंथ किथे है? पंथ किथे दिसदा? पंथ नहीं कौन लड़ रहे हैं? ਅਸੀਂ ਤਾਂ ਸੰਸਥਾਵਾਂ ਦੇ ਉੱਤੇ ਕਬਜ਼ੇ ਦੀ ਲੜਾਈ ਲੜ ਰਹੇ ਹਾਂ। ਇਹ ਗੋਲਕਾਂ ਸੰਭਾਲਦੇ, ਅਸੀਂ ਗੋਲਕਾਂ ਸੰਭਾਲੀਏ। ਇਹ ਨਹੀਂ ਚਾਹ ਹੈਗਾ ਕਿ ਅਸੀਂ ਪੰਥ ਦੀ ਸੇਵਾ ਕਰੀਏ। ਅੱਜ 80% ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੇ ਮਾਮਲੇ ਪੁੱਜ ਰਹੇ ਹੈ ਉਹ ਗੁਰਦੁਆਰਾ ਕਮੇਟੀਆਂ ਦੇ ਲੜਾਈਆਂ ਝਗੜਿਆਂ ਦੇ ਫੈਸਲੇ ਮਾਮਲੇ ਜਿਹੜੇ आपस में और उन्होंने 80% के विचों ज्यादातर मामले जोड़े हैं वो भारत तो बाहर के देशों के बने की करूँ। मान लो पंजाब वाले तो कहते जी तो असल की अनपढ़, बाहर बैठे जो सिख है वो तो पढ़े लिखे हैं, वो तो बड़ा वधिया जोड़ा है वो निजाम है उत्थों का। उत्थे गुरुद्वारा कमेटियां के झंडे जो है लाखों करोड़ों डॉलर जोड़ा है वो नोटां दे विच फूकिया जा रहा है। संस्थाओं के कब्जियां की लड़ाई हो रही कौन है? कौन रोकने वाला है? रोक के दिखाओ, तुम रोक के दिखाओ कि इस हद तक चले जाने में कि असं अकाल तखत साहब नहीं मानते। कोई गुरु प्यारियों दो रहना नहीं। जो ये लोग ये भी कह देंगे कि असं गुरु नहीं मनते, जिस गुरुद्वारे का